ਉਹਨਾਂ ਦੇ ਕਸ਼ਟ ਨਿਵਰਤ ਹੋ ਜਾਣਗੇ। ਚਾਹੇ ਕਿਸੇ ਨੂੰ ਕੈਂਸਰ ਹੈ, ਚਾਹੇ ਕਿਸੇ ਨੂੰ ਕੋਈ ਸਰੀਰਕ ਕੋਈ ਬਿਮਾਰੀ ਹੈ, ਚਾਹੇ ਕਿਸੇ ਨੂੰ ਕੋਈ ਪੁੱਤਰ ਦੀ ਦਾਤ ਵਾਸਤੇ, ਉਹ ਵੀ ਸੰਗਤਾਂ ਇਸ ਸਥਾਨ ਤੇ ਆਉਂਦੀਆਂ, ਪਾਵਨ ਸਰੋਵਰ ਦੇ ਵਿੱਚੋਂ ਇਸ਼ਨਾਨ ਕਰਦੀਆਂ ਤੇ ਇਸ ਸਥਾਨ ਤੇ ਅਰਦਾਸਾਂ ਕਰਾ ਕੇ ਮੂੰਹ ਮੰਗੀਆਂ ਮੁਰਾਦਾਂ ਪ੍ਰਾਪਤ ਕਰਦੀਆਂ ਹਨ। ਵੱਖ-ਵੱਖ ਗੁਰਦੁਆਰਾ ਸਾਹਿਬ ਦੇ ਜਿਹੜੇ ਕਿ ਦਰਸ਼ਨ ਕਰਾਉਂਦੇ ਆ ਤੇ ਅੱਜ ਅਸੀਂ ਪਹੁੰਚੇ ਆ ਕੌਲਸਾ ਗੁਰਦੁਆਰਾ ਸਾਹਿਬ ਜਿਹੜੇ ਕਿ ਅੰਮ੍ਰਿਤਸਰ ਵਿੱਚ ਰਾਮਦੀਪ ਸਰੋਵਰ ਤੇ ਆ। ਕਿਹਾ ਜਾਂਦਾ ਵੀ ਇਸ ਜਗ੍ਹਾ ਤੇ ਇਸ਼ਨਾਨ ਕਰਨ ਦੇ ਨਾਲ ਭਿਆਨਕ ਤੋਂ ਭਿਆਨਕ ਜਿਹੜੇ ਰੋਗ ਨੇ, ਬਿਮਾਰੀਆਂ ਨੇ, ਉਹ ਠੀਕ ਹੋ ਜਾਂਦੀਆਂ ਨੇ ਅਤੇ ਕਹਿੰਦੇ ਡਾਕਟਰਾਂ ਨੂੰ ਜਿਹੜਾ ਕਿ ਜਵਾਬ ਦੇ ਦਿੱਤਾ ਇਹਨਾਂ ਲੋਕਾਂ ਨੂੰ, ਉਹ ਵੀ ਇਸੇ ਜਗ੍ਹਾ ਤੇ ਆ ਕੇ ਅਰਦਾਸ ਬੇਨਤੀ ਕਰਦੇ ਨੇ ਤੇ ਉਹ ਵੀ ਠੀਕ ਹੋ ਜਾਂਦੇ ਨੇ। ਕਿੰਨੀ ਕੁ ਸੱਚਾਈ ਆ ਤੁਹਾਡੇ ਦਰਸ਼ਕਾਂ ਨੂੰ ਸਾਂਝਾ ਕਰੋ। ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਤੇ ਬੀਬੀ ਕੌਲਾ ਜੀ ਲਾਹੌਰ ਤੋਂ ਆਏ ਸਨ, ਨਾਲ ਸਿੱਖ ਸੰਗਤਾਂ ਸਨ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਵਰ ਦਿੱਤਾ, ਸੂਕੇ ਹਰੇ ਕੀਏ ਖਿਨ ਮਾਹੇ ਅੰਮ੍ਰਿਤ ਦ੍ਰਿਸ਼ਟ ਸੱਚ ਜੀਵਾਏ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਿਹਾ, ਆਡੇ ਛੱਪੜੀਏ, ਸਮਾਂ ਆਵੇਗਾ ਇਹ ਸਰੋਵਰ ਬਣ ਜਾਵੇਗਾ। ਤੇ ਮੈਨੂੰ ਇਸ ਤੋਂ ਬਾਬਾ ਜੀ ਇੱਥੋਂ ਹੁਣ ਤੱਕ ਕਿੰਨੇ ਕੁ ਲੋਕਾਂ ਦੇ ਜਿਹੜੇ ਰੋਗ ਠੀਕ ਹੋ ਚੁੱਕੇ ਨੇ? ਬਹੁਤ ਜ਼ਿਆਦਾ ਸੰਗਤਾਂ ਅੰਮ੍ਰਿਤ ਵੇਲੇ ਸਵੇਰੇ 3 ਵਜੇ ਤੋਂ ਲੈ ਕੇ ਰਾਤ 9-10 ਵਜੇ ਤੱਕ ਸੰਗਤਾਂ ਲਗਾਤਾਰ ਆਉਂਦੀਆਂ ਹਨ। ਜਿਹੜੀ ਸਰੋਵਰ ਦੀ ਮਹਾਨਤਾ ਹੈ, ਇਹ ਸ਼ਨੀ ਤੇ ਐਤਵਾਰ 6 ਹਫ਼ਤੇ ਇਸ਼ਨਾਨ ਕੀਤੇ ਜਾਂਦੇ ਜੀ। ਜਦੋਂ ਇਸ਼ਨਾਨ ਚਾਲੂ ਕਰਨੇ ਆ, ਆਰੰਭ ਕਰਨੇ ਆ, ਉਦੋਂ ਅਰਦਾਸ ਬੇਨਤੀ ਕਰਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰ ਤੇ ਇਸ਼ਨਾਨ ਦੀ ਆਰੰਭਤਾ ਹੁੰਦੀ ਏ। ਜਦੋਂ ਇਸ਼ਨਾਨ ਪੂਰੇ ਹੋ ਜਾਂਦੇ 6 ਹਫ਼ਤਾਂ ਬਾਅਦਾਂ ਕੜਾਹ ਪ੍ਰਸ਼ਾਦ ਦੀ ਤੇਗ ਤੇ ਅਰਦਾਸ ਕਰਾ ਕੇ ਸਤਿਗੁਰਾਂ ਦਾ ਸ਼ੁਕਰਾਨਾ ਕੀਤਾ ਜਾਂਦਾ ਹੈ। ਬਾਬਾ ਜੀ ਕਦੀ ਇਸ ਤਰ੍ਹਾਂ ਹੋਇਆ ਵਾਕਿਆ ਕਦੀ ਵੀ ਡਾਕਟਰਾਂ ਵੱਲੋਂ ਜਵਾਬ ਦਿੱਤਾ ਗਿਆ ਹੋਵੇ ਵੀ ਭਾਈ ਇਹਨੂੰ ਤੇ ਸੇਵਾ ਹੀ ਆ, ਘਰੇ ਜਾ ਕੇ ਲਾ ਕੇ ਸੇਵਾ ਹੀ ਕਰ ਲਓ, ਇਹਦਾ ਕੋਈ ਇਲਾਜ ਨਹੀਂ ਹੈਗਾ? ਕਿ ਉਹ ਵੀ ਰਾਜੀ ਹੋ ਗਏ ਹਨ ਜਿਨ੍ਹਾਂ ਨੂੰ ਡਾਕਟਰਾਂ ਵੱਲੋਂ ਜਵਾਬ ਦਿੱਤਾ ਗਿਆ ਹੈ। ਸਾਡੇ ਇਲਾਕੇ ਇੱਕ ਕਲੋਨੀ ਹੈ, ਉਸ ਕਲੋਨੀ ਤੇ ਰਹਿੰਦੇ ਸਨ ਸਰਦਾਰ ਦਵਿੰਦਰ ਸਿੰਘ ਜੀ। ਨਵੰਬਰ ਮਹੀਨੇ ਉਹਨਾਂ ਨੂੰ ਅਟੈਕ ਆਇਆ ਤੇ ਅਟੈਕ ਵੀ ਇੱਕ ਪਾਸੇ ਲੱਗਾ। 5 ਤਰੀਕ ਨੂੰ ਆਪ ਉੱਠਦਾ ਏ, ਇਸ਼ਨਾਨ ਕਰਦਾ ਏ ਤੇ ਕੀ ਆਖਦਾ ਏ ਕਿ ਮੈਨੂੰ ਗੁਰੂ ਹਰਗੋਬਿੰਦ ਮਹਾਰਾਜ ਤੇ ਦਰ ਤੇ ਗੁਰਦੁਆਰਾ ਕੌਲਸਾ ਸਾਹਿਬ ਜੀ ਵਿਖੇ ਲੈ ਕੇ ਆਓ। ਜਿਨ੍ਹਾਂ ਘਰ ਪੁੱਤਨੀਆਂ ਧੀਆਂ ਨੀਆਂ ਵਾਂਝੇ ਹਨ ਬੱਚਿਆਂ ਤੋਂ, ਉਹਨਾਂ ਨੂੰ ਬੱਚਿਆਂ ਦੀ ਦਾਤਾਂ ਮਿਲਦੀਆਂ। ਜਿਨ੍ਹਾਂ ਦੇ ਪ੍ਰਦੇਸ਼ਾਂ ਦੇ ਕਾਰਜ ਅਧੂਰੇ ਉਦਾਸ ਹੋ ਜਾਂਦੇ, ਜਿਨ੍ਹਾਂ ਦੇ ਸੰਸਾਰਕ ਪੱਖੇ ਕਾਰਜ ਅਧੂਰੇ ਪਏ ਹਨ, ਉਹ ਵੀ ਗੁਰੂ ਹਰਗੋਬਿੰਦ ਮਹਾਰਾਜ ਤੇ ਦਰ ਤੇ ਆਇਆ ਕਾਰਜ ਰਾਸ ਹੁੰਦੇ ਹਨ। ਜਿਹੜੇ ਰੋਗੀ ਹਨ, ਉਹਨਾਂ ਦੇ ਰੋਗ ਗੁਰੂ ਹਰਗੋਬਿੰਦ ਮਹਾਰਾਜ ਤੋਂ ਦਰ ਤੋਂ ਕੱਟੇ ਜਾਂਦੇ ਹਨ। ਤੇ ਧੱਫੜੀ ਧੱਫੜ ਹੋ ਜਾਂਦੇ ਜਦੋਂ ਲਾਲ ਦਾਣੇ ਹੋ ਗਏ? ਹਾਂਜੀ, ਲਾਲ ਦਾਣੇ ਬਹੁਤ ਜ਼ਿਆਦਾ। ਕਿੰਨਾ ਕੁ ਡਾਕਟਰ ਹੈਗਾ? ਬਾਹਰ 2 ਸਾਲ ਖਾਧੀ ਜੇ ਦਵਾਈ, ਤਿਆਰ ਕੇ ਮਹਾਰਾਜ ਘਰ ਆਉਣਾ ਪਿਆ ਤੇ ਫਰਕ ਪੈ ਗਿਆ। ਉੱਥੋਂ ਕਿੱਥੇ ਆਏ? ਕੋਲ ਸਰ ਇਹਦਾ ਗੁਰਦੁਆਰਾ ਸਾਹਿਬ ਹੈ। ਇੱਥੇ ਬਹੁਤ ਸੰਗਤਾਂ ਆਉਂਦੀਆਂ ਨੇ ਤੇ ਬਹੁਤ ਸੰਗਤਾਂ ਦੀਆਂ ਆਸਾਂ ਮੁਰਾਦਾਂ ਪੂਰੀਆਂ ਹੁੰਦੀਆਂ ਨੇ। ਇੱਥੋਂ ਤੱਕ ਕਿ ਜੋ ਸੁੱਕੇ ਬੱਚੇ ਉਹਨਾਂ ਨੂੰ ਇਸ਼ਨਾਨ ਕਰਾਉਂਦੇ ਆ ਤੇ ਉਹ ਭਰੇ ਹੋ ਜਾਂਦੇ ਨੇ। ਅਸੀਂ ਤਕਰੀਬਨ ਜਦੋਂ ਦੀ ਹੋਸ਼ ਸੰਭਾਲੀ ਉਦੋਂ ਦੀ ਇੱਥੇ ਸੇਵਾ ਕਰ ਰਹੇ ਹਾਂ ਤੇ ਗੁਰੂ ਹਰਗੋਬਿੰਦ ਸਾਹਿਬ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸਾਹਿਬ ਹੈ। ਇੱਥੋਂ ਜਿੱਦੋਂ ਦੂਰੋਂ ਹੁਣ ਲੋਕ ਆ ਰਹੇ, ਜੋ ਕਿਸੇ ਤਰ੍ਹਾਂ ਦੇ ਕੋਈ ਦੁੱਖ ਹੈ ਜਾਂ ਕਿਸੇ ਔਲਾਦ ਨਹੀਂ ਹੈ ਜਾਂ ਕੁਝ ਵੀ ਹੈ, ਇੱਥੋਂ ਹਰ ਪ੍ਰਾਪਤੀ ਹੁੰਦੀ ਹੈ ਜੇ ਕੋਈ ਆਪਣੇ ਸੱਚੇ ਮਨ ਨਾਲ ਆਵੇ ਤਾਂ। ਇੱਥੇ ਜਿਹੜਾ ਵੀ ਆਪਣੀ ਮਰਿਆਦਾ, ਜੋ ਮਨ ਦੀ ਤਨ ਦੀ, ਜੋ ਦਿਲ ਦੀ ਖੁਸ਼ੀ ਸੁੱਖ ਦਾ ਹੈ ਆਪਣੇ ਦਿਲੋਂ, ਤੇ ਉਹਦੀ ਪੂਰੀ ਹੁੰਦੀ ਆ। ਤੇ ਕੋਈ ਵੀ ਨੁਕਸਿਆ ਜੇ ਛੇ ਪਾਤਸ਼ਾਹ ਦੀ ਕਿਰਪਾ ਬਹੁਤ ਹੈ, ਗੁਰੂ ਹਰਗੋਬਿੰਦ ਪਾਤਸ਼ਾਹ ਦੀ। ਇਹ 6 ਇਸ਼ਨਾਨ, 6 ਸ਼ਨੀ, 6 ਐਤਵਾਰ, ਤੇ ਜਿਹੜਾ ਵੀ ਆਪਣੇ ਸੱਚੇ ਮਨ ਨਾਲ ਸ਼ਰਧਾ ਨਾਲ ਇਸ਼ਨਾਨ ਕਰੂਗਾ ਉਹਦੇ ਦੁੱਖ ਦਰਦ ਦੂਰ ਹੋਣਗੇ। ਇੱਥੇ ਨਾ ਸਾਨੂੰ ਕਈ ਮੁਸ਼ਕਲਾਂ ਸਾਡੇ ਪਰਿਵਾਰ ਦੇ ਵਿੱਚ। ਆ ਸਾਡਾ ਬੱਚਾ ਹੈ, ਇਹਨੂੰ ਨਾ ਮਤਲਬ ਐਲਰਜੀ, ਜ਼ੁਕਾਮ ਦੀ, ਮਤਲਬ ਹੋਰ ਵੀ ਇਹਨੂੰ ਕਈ ਮੁਸ਼ਕਲ ਹੈ। ਮੇਰੀ ਵਾਈਫ, ਉਹਨਾਂ ਦੇ ਗੋਡੇ ਗੱਡੇ ਦਰਦ ਕਰਦੇ ਤੇ ਜਦੋਂ ਦੇ ਇੱਥੇ ਆਉਂਦੇ ਸ਼ਨੀ ਐਤਵਾਰ ਕਿਰਪਾ ਮਹਾਰਾਜ। ਕਿਉਂਕਿ ਇੱਕ ਤੇ ਸੁਣੀ ਸੁਣਾਈ ਗੱਲ ਹੁੰਦੀ ਹੈ, ਅਸੀਂ ਤੇ ਜਦੋਂ ਦੇ ਇੱਥੇ ਆਏ ਦੇਖ ਲਿਆ ਹੈ, ਬਹੁਤ ਉਤਸ਼ਾਹ ਆ। ਸੰਗਤਾਂ ਹਰ ਐਤਵਾਰ ਇਸ਼ਨਾਨ ਕਰਦੇ, ਕਿਸੇ ਤਰ੍ਹਾਂ ਦਾ ਵੀ ਰੋਗ ਹੋਵੇ ਉਹ ਮਹਾਰਾਜ ਕਿਰਪਾ ਕਰਦੇ ਆ, ਇਸ਼ਨਾਨ ਕਰਦੇ ਨੇ, ਸੇਵਾ ਕਰਦੇ ਆ। ਜਿਸ ਤਰ੍ਹਾਂ ਦੀ ਵੀ ਮਨੋਕਾਮਨਾ ਮਨ 'ਚ ਲੈ ਕੇ ਬੰਦਾ ਆਉਂਦਾ ਉਹ ਪੂਰੀਆਂ ਹੁੰਦੀਆਂ ਨੇ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਦੋਸਤ ਹਰਜੀਤ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਨੈਕਸਟ ਪੰਜਾਬ ਟੀਵੀ। ਅੱਜ ਅਸੀਂ ਆਪਣੇ ਦਰਸ਼ਕਾਂ ਵਾਸਤੇ ਵੱਖ-ਵੱਖ ਗੁਰਦੁਆਰਾ ਸਾਹਿਬ ਦੇ ਜਿਹੜੇ ਕਿ ਦਰਸ਼ਨ ਕਰਾਉਂਦੇ ਆ ਤੇ ਅੱਜ ਅਸੀਂ ਪਹੁੰਚੇ ਆ ਕੌਲਸਾ ਗੁਰਦੁਆਰਾ ਸਾਹਿਬ ਜਿਹੜੇ ਕਿ ਅੰਮ੍ਰਿਤਸਰ ਵਿੱਚ ਰਾਮਦੀਪ ਸਰੋਵਰ ਤੇ ਆ ਅਤੇ ਜਾਣਾਂਗੇ ਇੱਥੋਂ ਦੇ ਇਤਿਹਾਸ ਬਾਰੇ। ਕਿਉਂ ਕਿਹਾ ਜਾਂਦਾ ਵੀ ਇਸ ਜਗ੍ਹਾ ਤੇ ਇਸ਼ਨਾਨ ਕਰਨ ਦੇ ਨਾਲ ਵੱਖ-ਵੱਖ ਤਰ੍ਹਾਂ ਦੀਆਂ ਬਿਮਾਰੀਆਂ ਤੇ ਭਿਆਨਕ ਜਿਹੜੇ ਰੋਗ ਨੇ ਉਹ ਠੀਕ ਹੁੰਦੇ ਨੇ ਅਤੇ ਲੋਕਾਂ ਦੀਆਂ ਆਸਾਂ ਮੁਰਾਦਾਂ ਜਿਹੜੀਆਂ ਉਹ ਪੂਰੀਆਂ ਹੁੰਦੀਆਂ ਨੇ। ਗੱਲਬਾਤ ਕਰਾਂਗੇ ਇੱਥੋਂ ਜਿਹੜੇ ਕਿ ਹੈੱਡ ਗ੍ਰੰਥੀ ਨੇ ਬਾਬਾ ਅੰਗਰੇਜ਼ ਸਿੰਘ ਜੀ, ਉਹ ਸਾਡੇ ਨਾਲ ਨੇ। ਬਾਬਾ ਜੀ, ਸਭ ਤੋਂ ਪਹਿਲਾਂ ਫਤਿਹ ਸਾਂਝੀ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਬਾ ਜੀ, ਕੀ ਇੱਥੋਂ ਦਾ ਇਤਿਹਾਸ ਆ, ਕਿਹੜੀ ਪਾਤਸ਼ਾਹੀ ਦਾ ਗੁਰਦੁਆਰਾ ਸਾਹਿਬ ਹੈ, ਤੁਹਾਡੇ ਦਰਸ਼ਕਾਂ ਨੂੰ ਸਾਂਝਾ ਕਰ ਦਿਓ। ਕਿਹਾ ਜਾਂਦਾ ਵੀ ਇਸ ਜਗ੍ਹਾ ਤੇ ਇਸ਼ਨਾਨ ਕਰਨ ਦੇ ਨਾਲ ਭਿਆਨਕ ਤੋਂ ਭਿਆਨਕ ਜਿਹੜੇ ਰੋਗ ਨੇ,
ਬਿਮਾਰੀਆਂ ਨੇ ਉਹ ਠੀਕ ਹੋ ਜਾਂਦੀਆਂ ਨੇ ਅਤੇ ਕਹਿੰਦੇ ਡਾਕਟਰਾਂ ਨੂੰ ਜਿਹੜਾ ਕਿ ਜਵਾਬ ਦੇ ਦਿੱਤਾ ਇਹਨਾਂ ਲੋਕਾਂ ਨੂੰ, ਉਹ ਵੀ ਇਸੇ ਜਗ੍ਹਾ ਤੇ ਆ ਕੇ ਅਰਦਾਸ ਬੇਨਤੀ ਕਰਦੇ ਨੇ ਤੇ ਉਹ ਵੀ ਠੀਕ ਹੋ ਜਾਂਦੇ ਨੇ। ਕਿੰਨੀ ਕੁ ਸੱਚਾਈ ਆ ਤੁਹਾਡੇ ਦਰਸ਼ਕਾਂ ਨੂੰ ਸਾਂਝਾ ਕਰ ਸੰਗਤ ਨੂੰ ਦੱਸਣਾ ਚਾਹਾਂਗੇ ਜੀ, ਇਥੋਂ ਦਾ ਇਤਿਹਾਸ ਬਹੁਤ ਲੰਮੇਰਾ ਹੈ। ਸੰਖੇਪ ਰੂਪ ਦੱਸਾਂਗੇ ਕਿ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਤੇ ਬੀਬੀ ਕੌਲਾ ਜੀ ਲਾਹੌਰ ਤੋਂ ਆਏ ਸਨ, ਨਾਲ ਸਿੱਖ ਸੰਗਤਾਂ ਸਨ। ਸੰਗਤਾਂ ਜਿਸ ਸਥਾਨ ਤੇ ਅੱਜ ਸੁਸ਼ੋਭਿਤ ਹੈ, ਇਸ ਸਥਾਨ ਤੇ ਸੰਗਤ ਆਪਣਾ ਛੱਪੜੀ ਹੋਇਆ ਕਰਦੀ ਸੀ। ਜੰਗਲ ਮੈਦਾਨ ਸੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਬੀਬੀ ਕੌਲਾ ਜੀ ਨਾਲ ਸੰਗਤਾਂ ਆਈਆਂ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸੰਗਤਾਂ ਨੂੰ ਬੇਨਤੀ ਹੁਕਮ ਕੀਤਾ ਕਿ ਤੁਸੀਂ ਜਲਦੀ ਭਾਲ ਕਰੋ, ਅੰਮ੍ਰਿਤ ਵੇਲਾ ਹੋ ਚੁੱਕਾ ਹੈ, ਇਸ਼ਨਾਨ ਕਰਨਾ ਹੈ। ਸੰਗਤਾਂ ਨੇ ਜਲਦੀ ਭਾਲ ਕੀਤੀ। ਜੰਗਲ ਹੋਣ ਦੇ ਕਾਰਨ ਜਲ ਕਿਤੋਂ ਲੱਭਾ ਨਾ। ਅਖੀਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੇ ਸਿੱਖ ਸੰਗਤਾਂ ਨੇ ਇਸ ਪਾਵਨ ਛੱਪੜੀ ਚੋਂ ਇਸ਼ਨਾਨ ਕੀਤਾ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਵਰ ਦਿੱਤਾ, ਸੂਕੇ ਹਰੇ ਕੀਏ ਖਿਨ ਮਾਹੇ, ਅੰਮ੍ਰਿਤ ਦ੍ਰਿਸ਼ਟ ਸੱਚ ਜੀਵਾਏ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਿਹਾ, ਆਜੇ ਛੱਪੜੀਏ, ਸਮਾਂ ਆਵੇਗਾ ਇਹ ਸਰੋਵਰ ਬਣ ਜਾਵੇਗਾ ਤੇ ਜਿਹੜਾ ਵੀ ਇਸ ਪਾਵਨ ਸਰੋਵਰ ਦੇ ਵਿੱਚੋਂ ਇਸ਼ਨਾਨ ਕਰਨੀਆਂ ਸੰਗਤਾਂ, ਉਹਨਾਂ ਦੇ ਕਸ਼ਟ ਨਿਵਰਤ ਹੋ ਜਾਣਗੇ। ਚਾਹੇ ਕਿਸੇ ਨੂੰ ਕੈਂਸਰ ਹੈ, ਚਾਹੇ ਕਿਸੇ ਨੂੰ ਕੋਈ ਸਰੀਰਕ ਕੋਈ ਬਿਮਾਰੀ ਹੈ, ਚਾਹੇ ਕਿਸੇ ਨੂੰ ਕੋਈ ਪੁੱਤਰ ਦੀ ਦਾਤ ਵਾਸਤੇ, ਉਹ ਵੀ ਸੰਗਤਾਂ ਇਸ ਸਥਾਨ ਤੇ ਆਉਂਦੀਆਂ, ਪਾਵਨ ਸਰੋਵਰ ਦੇ ਵਿੱਚੋਂ ਇਸ਼ਨਾਨ ਕਰਦੀਆਂ ਤੇ ਇਸ ਸਥਾਨ ਤੇ ਅਰਦਾਸਾਂ ਕਰਾ ਕੇ ਮੂੰਹ ਮੰਗੀਆਂ ਮੁਰਾਦਾਂ ਪ੍ਰਾਪਤ ਕਰਦੀਆਂ ਹਨ। ਤੇ ਮੈਨੂੰ ਇਸ ਤੋਂ ਬਾਬਾ ਜੀ ਇੱਥੋਂ ਹੁਣ ਤੱਕ ਕਿੰਨੇ ਕੁ ਲੋਕਾਂ ਦੇ ਜਿਹੜੇ ਰੋਗ ਠੀਕ ਹੋ ਚੁੱਕੇ ਨੇ ਤੇ ਵਿਧੀ ਕੀ ਹੈ ਜੇਕਰ ਕਿਸੇ ਨੇ ਇਸ ਗੁਰਦੁਆਰਾ ਸਾਹਿਬ ਵਿੱਚ ਆ ਕੇ ਇਸ਼ਨਾਨ ਵੀ ਕਰਨਾ ਹੋਵੇ ਜਾਂ ਅਰਦਾਸ ਬੇਨਤੀ ਕਰਨਾ ਹੋਵੇ ਤੇ ਕਿਸ ਤਰ੍ਹਾਂ ਇਹ ਵਿਧੀ ਪੁਰਖ ਜਿਹੜਾ ਇੱਥੋਂ ਪਹੁੰਚ ਸਕਦਾ ਹੈ? ਸੰਗਤ ਜੀ, ਇੱਥੋਂ ਦੀ ਜਿੰਨੀ ਵਡਿਆਈ ਕੀਤੀ ਜਾਵੇ ਉਨੀ ਥੋੜੀ ਹੈ, ਕਿਉਂਕਿ ਸੰਗਤਾਂ ਬੇਕਾਦ ਬਹੁਤ ਜ਼ਿਆਦਾ ਸੰਗਤਾਂ ਅੰਮ੍ਰਿਤ ਵੇਲੇ ਸਵੇਰੇ 3 ਵਜੇ ਤੋਂ ਲੈ ਕੇ ਰਾਤ 9-10 ਵਜੇ ਤੱਕ ਸੰਗਤਾਂ ਲਗਾਤਾਰ ਆਉਂਦੀਆਂ ਹਨ। ਜਿਹੜੀ ਸਰੋਵਰ ਦੀ ਮਹਾਨਤਾ ਹੈ, ਇਹ ਸ਼ਨੀ ਤੇ ਐਤਵਾਰ 6 ਹਫ਼ਤੇ ਇਸ਼ਨਾਨ ਕੀਤੇ ਜਾਂਦੇ ਜੀ। ਜਦੋਂ ਇਸ਼ਨਾਨ ਚਾਲੂ ਕਰਨੇ ਆ, ਆਰੰਭ ਕਰਨੇ ਆ, ਉਦੋਂ ਅਰਦਾਸ ਬੇਨਤੀ ਕਰਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰ ਤੇ ਇਸ਼ਨਾਨ ਦੀ ਆਰੰਭਤਾ ਹੁੰਦੀ ਏ। ਜਦੋਂ ਇਸ਼ਨਾਨ ਪੂਰੇ ਹੋ ਜਾਂਦੇ 6 ਹਫ਼ਤਾਂ ਬਾਅਦ ਕੜਾਹ ਪ੍ਰਸ਼ਾਦ ਦੀ ਦੇਗ ਤੇ ਅਰਦਾਸ ਕਰਾ ਕੇ ਸਤਿਗੁਰਾਂ ਦਾ ਸ਼ੁਕਰਾਨਾ ਕੀਤਾ ਜਾਂਦਾ ਹੈ। ਤੇ ਸੰਗਤਾਂ ਇੱਥੋਂ ਤੱਕ ਕਿ ਪੰਜਾਬ ਨਹੀਂ ਪੂਰੇ ਵਰਲਡ ਵਿੱਚ ਸੰਗਤਾਂ ਆਉਂਦੀਆਂ, ਚਾਹੇ ਕਿਸੇ ਨੂੰ ਕੈਂਸਰ ਹੈ, ਚਾਹੇ ਕੋਈ ਪੁੱਤਰ ਦੀ ਦਾਤ ਤੋਂ ਵਾਂਝਾ ਹੈ, ਚਾਹੇ ਕਿਸੇ ਦਾ ਵੀਜ਼ਾ ਨਹੀਂ ਲੱਗਦਾ, ਚਾਹੇ ਕਿਸੇ ਦਾ ਕੋਈ ਧੀ ਪੁੱਤ ਸੈੱਟ ਹੋਣ ਵਾਲਾ ਹੈ, ਉਹ ਸੰਗਤਾਂ ਅਰਦਾਸਾਂ ਕਰਾਉਂਦੀਆਂ ਤੇ ਕੀਤੀਆਂ ਅਰਦਾਸਾਂ ਗੁਰੂ ਹਰਗੋਬਿੰਦ ਮਹਾਰਾਜ ਦੇ ਦਰ ਤੇ ਪ੍ਰਵਾਨ ਹੁੰਦੀਆਂ। ਜੀ ਬਾਬਾ ਜੀ, ਕਦੀ ਇਸ ਤਰ੍ਹਾਂ ਹੋਇਆ ਵਾਕਿਆ ਕਦੀ ਵੀ ਡਾਕਟਰਾਂ ਵੱਲੋਂ ਜਵਾਬ ਦਿੱਤਾ ਗਿਆ ਹੋਵੇ ਵੀ ਭਾਈ ਇਹਨੂੰ ਤੇ ਸੇਵਾ ਹੀ ਆ, ਘਰੇ ਜਾ ਕੇ ਲਾ ਕੇ ਸੇਵਾ ਹੀ ਕਰ ਲਓ, ਇਹਦਾ ਕੋਈ ਇਲਾਜ ਨਹੀਂ ਹੈਗਾ, ਤੇ ਉਹ ਵੀ ਜਿਹੜੀਆਂ ਸੰਗਤਾਂ ਇੱਥੇ ਆ ਕੇ ਮੱਥਾ ਟੇਕਣ ਲਈ ਜਾਣਾ, ਅਰਦਾਸ ਬੇਨਤੀ ਕਰਨ ਦੇ ਨਾਲ ਜਾ ਉਹ ਠੀਕ ਹੋ ਸਕੀਆਂ? ਕੁਛ ਤਰ੍ਹਾਂ ਦਾ ਵਾਕਿਆ ਹੈ ਤੁਹਾਡਾ ਕੋਈ? ਸੰਗਤ ਜੀ, ਪਹਿਲਾਂ ਵੀ ਬੇਨਤੀ ਕੀਤੀ ਕਿ ਇੱਥੋਂ ਦੀ ਵਡਿਆਈ ਜਿੰਨੀ ਕੀਤੀ ਜਾਵੇ ਓਨੀ ਥੇੜੀ ਹੈ। ਅਸੀਂ ਬੇਸ਼ੱਕ ਕਿਤੇ ਸੇਵਾ ਕਰਦੇ ਹਾਂ, ਹੱਥ ਤੇ ਸਰੋਂ ਜਮਾਉਣ ਵਾਲੀ ਗੱਲ ਏ ਕਿ ਉਹ ਵੀ ਰਾਜੀ ਹੋ ਗਏ ਹਨ ਜਿਨ੍ਹਾਂ ਨੂੰ ਡਾਕਟਰਾਂ ਵੱਲੋਂ ਜਵਾਬ ਦਿੱਤਾ ਗਿਆ ਹੈ। ਸਾਡੇ ਇਲਾਕੇ ਇੱਕ ਕਲੋਨੀ ਹੈ, ਉਸ ਕਲੋਨੀ ਤੇ ਰਹਿੰਦੇ ਸਨ ਸਰਦਾਰ ਦਵਿੰਦਰ ਸਿੰਘ ਜੀ। ਨਵੰਬਰ ਮਹੀਨੇ ਉਹਨਾਂ ਨੂੰ ਅਟੈਕ ਆਇਆ ਤੇ ਅਟੈਕ ਵੀ ਇੱਕ ਪਾਸੇ ਲੱਗਾ ਤੇ ਅਟੈਕ ਹੋਣ ਦੇ ਨਾਲ ਡਾਕਟਰ ਨੇ ਕਿਹਾ ਜੀ ਇਹਨੂੰ ਘਰ ਲੈ ਜਾਓ ਤੇ ਜਾ ਕੇ ਜਲ ਪਾਣੀ ਸੇਵਾ ਕਰੋ। ਨਵੰਬਰ, ਦਸੰਬਰ, ਜਨਵਰੀ, ਫਰਵਰੀ, ਮਾਰਚ, 5 ਮਾਰਚ ਨੂੰ ਉਹ ਦਵਿੰਦਰ ਸਿੰਘ ਅੰਮ੍ਰਿਤ ਵੇਲੇ ਉੱਠਿਆ, ਇਸ਼ਨਾਨ ਕੀਤਾ ਆਪ, ਜਿਹਨੂੰ ਕਿ ਪਰਿਵਾਰ ਜਲ ਪਾਣੀ ਛਕਾਉਂਦਾ ਸੀ ਤੇ ਪਰਿਵਾਰ ਹੀ ਨਵਾਉਂਦਾ ਤੇ ਧਵਾਉਂਦਾ ਸੀ। 5 ਤਰੀਕ ਨੂੰ ਆਪ ਉੱਠਦਾ ਏ, ਇਸ਼ਨਾਨ ਕਰਦਾ ਏ ਤੇ ਕੀ ਆਖਦਾ ਏ ਕਿ ਮੈਨੂੰ ਗੁਰੂ ਹਰਗੋਬਿੰਦ ਮਹਾਰਾਜ ਤੇ ਦਰ ਤੇ ਗੁਰਦੁਆਰਾ ਕੌਲਸਰ ਸਾਹਿਬ ਜੀ ਵਿਖੇ ਲੈ ਕੇ ਆਓ। ਜਦੋਂ ਸੰਗਤ ਜੀ ਇਸ ਸਥਾਨ ਤੇ ਆਏ, ਮੈਂ ਦਰਬਾਰ ਵਿਖੇ ਬੈਠਾ ਸਾਂ, ਮੈਨੂੰ ਕਹਿੰਦੇ ਬਾਬਾ ਜੀ ਅਰਦਾਸ ਕਰੋ। ਮੈਂ ਜੀ ਕਾਦੀ ਕਰਨੀ ਏ? ਕਹਿੰਦੇ ਜੀ ਮੈਨੂੰ ਡਾਕਟਰ ਨੇ ਜਵਾਬ ਦਿੱਤਾ ਸੀ, ਮੈਨੂੰ 5 ਮਹੀਨੇ ਹੋ ਗਏ ਹਨ। ਮੈਂ ਜਦੋਂ ਜਵਾਬ ਮਿਲਿਆ, ਉਹਦਾ ਪੁੱਤਰ ਕਹਿਣ ਲੱਗਾ ਜੀ ਮੈਂ ਜਦੋਂ ਇੱਥੋਂ ਲੰਘਿਆ ਤੇ ਮੈਂ ਆਖਿਆ ਜੀ ਕੱਲਾ ਮੈਂ ਪੁੱਤਰਾਂ ਬਾਪ ਏ ਤੇ ਪੁੱਤਾਂ ਵਾਸਤੇ ਪਾਪਾਂ ਦਾ ਬੜਾ ਸਹਾਰਾ ਹੁੰਦਾ ਏ। ਉਹਨੇ ਆਪਣੇ ਪਿਤਾ ਨੂੰ 5 ਇਸ਼ਨਾਨ ਕਰਵਾਏ ਸਨ ਕਿਉਂਕਿ ਸਰੀਰ ਬਹੁਤਾ ਹੀ ਕਮਜ਼ੋਰ ਚੁੱਕਾ ਸੀ। 5 ਇਸ਼ਨਾਨ ਕਰਾਏ, ਅਰਦਾਸ ਬੇਨਤੀ ਕੀਤੀ। 5 ਮਹੀਨਾ ਪਿਛੋਂ ਸੰਗਤ ਜੀ ਉਹ ਆਪ ਉੱਠਿਆ, ਆਪ ਆ ਕੇ ਜਦੋਂ ਅਰਦਾਸ ਕਰਾਉਣ ਆਇਆ, ਅੱਖਾਂ 'ਚ ਪਾਣੀ ਵਗੇ, ਆਖਣ ਲੱਗਾ ਜੀ ਗੁਰੂ ਹਰਗੋਬਿੰਦ ਮਹਾਰਾਜ ਨੇ ਕਿਰਪਾ ਕੀਤੀ ਏ, ਪ੍ਰਭ ਭਾਵੇ ਬਿਨ ਸਾਸ ਤੇ ਰੱਖੇ, ਜੇ ਪ੍ਰਭ ਨੂੰ ਪਾ ਜਾਂਦਾ ਤਾਂ ਬਿਨਾਂ ਸਵਾਸਾਂ ਤੋਂ ਰੱਖ ਦਿੰਦਾ ਏ। ਇਹ ਗੁਰੂ ਹਰਗੋਬਿੰਦ ਮਹਾਰਾਜ ਨੇ ਕਿਰਪਾ ਕੀਤੀ। 5 ਮਹੀਨਾ ਪਿਛੋਂ ਮੈਂ ਮੰਜੇ ਤੋਂ ਉੱਠ ਕੇ ਆਪ ਚੱਲ ਕੇ ਗੁਰੂ ਹਰਗੋਬਿੰਦ ਮਹਾਰਾਜ ਦੇ ਦਰ ਤੇ ਆਇਆ। ਸੋ ਸੰਗਤ ਜੀ, ਇਸ ਸਥਾਨ ਤੇ ਹੱਥ ਤੇ ਸਰੋਂ ਜਮਾਉਣ ਵਾਲੀ ਗੱਲ ਏ। ਜਿਨ੍ਹਾਂ ਬੱਚਿਆਂ ਦੇ ਪ੍ਰਦੇਸ਼ਾਂ ਦੇ ਕਾਰਜ ਨਹੀਂ ਹੁੰਦੇ ਰਾਸ, ਅਟਾਰੀ ਤੋਂ ਇੱਕ ਲੜਕੀ ਸੀ ਰਵਜੋਤ ਕੌਰ, ਜਿਹਦੀਆਂ 6 ਰਿਫਿਊਜ਼ਲਾਂ ਲੱਗ ਚੁੱਕੀਆਂ ਸਨ ਕੈਨੇਡਾ ਦੀਆਂ, ਪਰ ਉਹ ਬੱਚੀ ਦੀ ਤਮੰਨਾ ਸੀ ਕਿ ਮੈਂ ਕੈਨੇਡਾ ਜਾਣਾ ਹੈ। ਉਹਨੇ ਗੁਰੂ ਹਰਗੋਬਿੰਦ ਮਹਾਰਾਜ ਦਰ ਨਾ ਛੱਡਿਆ, ਇਸ ਸਥਾਨ ਤੇ ਹਰ ਐਤਵਾਰ ਨੂੰ ਆਇਆ ਕਰੇ, ਆ ਕੇ ਅਰਦਾਸਾਂ ਕਰਿਆ ਕਰੇ
ਤੇ ਸੰਗਤ ਜੀ ਜੋ 7ਵੀਂ ਵਾਰੀ ਉਹਨੇ ਅਪਲਾਈ ਕੀਤਾ, ਗੁਰੂ ਹਰਗੋਬਿੰਦ ਮਹਾਰਾਜ ਨੇ ਕਿਰਪਾ ਕੀਤੀ, 2 ਮਹੀਨੇ ਹੋ ਚੁੱਕੇ ਹਨ, ਉਹ ਲੜਕੀ ਅੱਜ ਕੈਨੇਡਾ ਵਿਖੇ ਟੋਰਾਂਟੋ ਸ਼ਹਿਰ ਵਿਖੇ ਪੜ੍ਹਾਈ ਕਰ ਰਹੀ ਹੈ। ਤੇ ਜਿਨ੍ਹਾਂ ਘਰ ਪੁੱਤਰ ਨਹੀਂ ਹਨ, ਗੁਰੂ ਹਰਗੋਬਿੰਦ ਮਹਾਰਾਜ ਤੇ ਦਰ ਤੇ ਆਇਆ ਪੁੱਤਰਾਂ ਦੀ ਦਾਤ ਮਿਲਦੀ ਏ। ਜਿਨ੍ਹਾਂ ਦੇ ਸੰਸਾਰੇ ਕਾਰਜ ਰਾਸ ਨਹੀਂ ਹੁੰਦੇ, ਕਾਰਜ ਰਾਸ ਹੁੰਦੇ ਹਨ, ਤੇ ਜਿਨ੍ਹਾਂ ਨੂੰ ਡਾਕਟਰਾਂ ਨੂੰ ਜਵਾਬ ਦਿੱਤਾ ਜਾਂਦਾ, ਚਾਹੇ ਕੋਈ ਕੈਂਸਰ ਦਾ ਰੋਗ ਹੈ, ਚਾਹੇ ਕੋਈ ਕਿਸ ਤਰ੍ਹਾਂ ਦਾ ਰੋਗੀ ਹੈ, ਉਹ ਇਸ ਸਥਾਨ ਤੇ ਆਵੇ, ਅਰਦਾਸ ਕਰਕੇ ਇਸ਼ਨਾਨ ਕਰੇ, ਤੇ ਕੀਤੀ ਹੋਈ ਅਰਦਾਸ ਤੇ ਕੀਤੇ ਹੋਏ ਇਸ਼ਨਾਨ ਤੇ ਕੀਤੇ ਹੋਇਆ ਨਤਮਸਤਕ ਗੁਰੂ ਹਰਗੋਬਿੰਦ ਮਹਾਰਾਜ ਜੀ ਭਾਗ ਲਾਉਂਦੇ ਹਨ। ਤੁਸੀਂ ਦੇਖਿਆ ਵੀ ਬਾਬਾ ਜੀ ਨੇ ਇੱਥੋਂ ਦੇ ਇਤਿਹਾਸ ਬਾਰੇ ਦੱਸ ਦਿੱਤਾ ਤੇ ਲੋਕਾਂ ਦੀ ਜਿਹੜੀਆਂ ਆਸਾਂ ਮੁਰਾਦਾਂ ਜਿਹੜੀਆਂ ਪੂਰੀਆਂ ਹੋਈਆਂ ਉਹਨਾਂ ਬਾਰੇ ਦੱਸਿਆ। ਜਿਵੇਂ ਦੱਸਿਆ ਬਾਬਾ ਜੀ ਨੇ ਕਿ ਅੱਜ ਕੱਲ੍ਹ ਨੌਜਵਾਨ ਪੀੜ੍ਹੀ 'ਚ ਬਾਹਰ ਜਾਣ ਦਾ ਬਹੁਤ ਟ੍ਰੈਂਡ ਆ, ਲੋਕ ਵਿਦੇਸ਼ ਜਾਣ ਵਾਸਤੇ ਲੱਖਾਂ ਰੁਪਏ ਹੱਥਾਂ ਚੁੱਕੀ ਫਿਰਦੇ ਨੇ, ਪਰ ਫਿਰ ਵੀ ਉਹਨਾਂ ਕੋਲ ਬਾਹਰ ਨਹੀਂ ਜਾਇਆ ਜਾਂਦਾ, ਬੜੀਆਂ ਮੁਸ਼ਕਲਾਂ ਆਉਂਦੀਆਂ ਨੇ, ਬੜੀਆਂ ਅੜਚਣਾਂ ਆਉਂਦੀਆਂ ਨੇ। ਜਿਵੇਂ ਦੱਸਿਆ ਬਾਬਾ ਜੀ ਨੇ ਕਿ 6 ਵਾਰੀ ਜਿਹੜਾ ਵੀਜ਼ਾ ਜਿਹੜਾ ਸੀ ਯੂਜ਼ ਹੋ ਗਿਆ, ਇੱਥੇ ਆ ਕੇ ਫਿਰ ਵੀ ਅਰਦਾਸ ਬੇਨਤੀ ਕੀਤੀ ਤੇ ਅੱਜ ਜਿਹੜੀ ਉਹ ਲੜਕੀ ਕੈਨੇਡਾ ਟੋਰਾਂਟੋ ਸ਼ਹਿਰ ਵਿੱਚ ਬੈਠੀ ਆ। ਇਸ ਕਰਕੇ ਸਾਡੇ ਵੀ ਦਰਸ਼ਕਾਂ ਨੂੰ ਅਪੀਲ ਆ, ਜੇਕਰ ਤੁਸੀਂ ਵੀ ਲੱਖਾਂ ਰੁਪਏ ਉਜਾੜ ਚੁੱਕੇ ਹੋ ਹੁਣ ਤੱਕ, ਜਾਂ ਵੱਖ-ਵੱਖ ਤੁਸੀਂ ਜਗ੍ਹਾ ਤੇ ਜਾ ਚੁੱਕੇ ਹੋ, ਤੇ ਜਿੱਥੋਂ ਤੁਹਾਨੂੰ ਜਵਾਬ ਹੋ ਚੁੱਕਿਆ, ਤੁਹਾਡਾ ਬੱਚਾ ਨਹੀਂ ਬਾਹਰ ਜਾ ਚੁੱਕਿਆ, ਤੇ ਇੱਕ ਵਾਰੀ ਕੌਲਸਾ ਸਾਹਿਬ ਗੁਰਦੁਆਰਾ ਸਾਹਿਬ ਆ ਅੰਮ੍ਰਿਤਸਰ ਵਿੱਚ ਰਾਮਪ੍ਰੀਤ ਰੋਡ ਤੇ, ਇੱਥੇ ਆ ਕੇ ਜ਼ਰੂਰ ਇਸ਼ਨਾਨ ਬੇਨਤੀ ਕੀਤੀ ਜਾਵੇ ਅਤੇ ਗੁਰੂ ਸਾਹਿਬ ਗਾੜੀ ਨਤਮਸਤਕ ਹੋ ਕੇ ਅਰਦਾਸ ਬੇਨਤੀ ਕੀਤੀ ਜਾਵੇ, ਤਾਂ ਜੋ ਕਿ ਜਿਹੜੀਆਂ ਤੁਹਾਡੀਆਂ ਆਸਾਂ ਮੁਰਾਦਾਂ ਜਿਹੜੀਆਂ ਉਹ ਪੂਰੀਆਂ ਹੋ ਸਕਣ। ਤੇ ਬਾਬਾ ਜੀ ਮੈਨੂੰ ਦੱਸੋ ਵੀ ਅਸੀਂ ਦੇਖਿਆ ਵੀ ਇਸ ਜਗ੍ਹਾ ਵਿੱਚ ਆ ਕੇ ਸੰਗਤਾਂ ਵੀ ਆਉਂਦੀਆਂ ਨੇ ਦੇਸ਼ਾਂ ਵਿਦੇਸ਼ਾਂ ਤੋਂ ਆ ਕੇ, ਜ਼ਰੂਰੀ ਨਹੀਂ ਵੀ ਬਿਮਾਰੀ ਹੀ, ਉੱਥੋਂ ਲੋਕਾਂ ਦੀ ਹਰ ਤਰ੍ਹਾਂ ਦੀ ਆਸ ਮੁਰਾਦ ਪੂਰੀ ਹੁੰਦੀ ਹੈ। ਜਿਵੇਂ ਤੁਸੀਂ ਦੱਸਿਆ ਵੀ ਵੀਜ਼ਾ ਲੱਗਣਾ ਹੋਵੇ ਕਿਸੇ ਦਾ, ਜਾਂ ਕਿਸੇ ਦੀ ਨੌਕਰੀ ਹੋਵੇ, ਜਾਂ ਕਿਸੇ ਦੇ ਘਰੇ ਔਲਾਦ ਨਾ ਹੁੰਦੀ ਹੋਵੇ, ਇਸ ਤਰ੍ਹਾਂ ਦੇ ਵਿੱਚ ਬੜੇ ਚਮਤਕਾਰ ਹੁੰਦੇ ਨੇ ਇਸ ਜਗ੍ਹਾ ਤੇ ਆ ਕੇ। ਤੇ ਅਸੀਂ ਦੇਖਿਆ ਵੀ ਹੁਣ ਇੱਕ ਵੀਰ ਨਾਲ ਗੱਲਬਾਤ ਕੀਤੀ ਸੀ, ਵੀਰ ਦੇ ਸਾਰੇ ਸਰੀਰ ਤੇ ਐਲਰਜੀ ਹੋ ਗਈ ਸੀ, ਜਿਵੇਂ ਵੀ ਕਹਿ ਲਓ ਵੀ ਕੋੜ ਹੋ ਗਿਆ ਸੀ, ਇਸ ਤਰ੍ਹਾਂ ਦਾ ਸਰੀਰ ਸੀ ਵੀਰ ਦਾ। ਪਰ ਉਸ ਦਾ ਵੀਰ ਦਾ ਕਹਿਣਾ ਵੀ ਮੈਂ ਇਸ ਜਗ੍ਹਾ ਤੇ ਆ ਕੇ 6 ਸ਼ਨੀਵਾਰ 6 ਐਤਵਾਰ ਆ ਕੇ ਇਸ਼ਨਾਨ ਕਰਨ ਦੇ ਨਾਲ ਮੇਰਾ ਸਾਰਾ ਸਰੀਰ ਜਿਹੜਾ ਠੀਕ ਹੋ ਚੁੱਕਿਆ। ਕਹਿੰਦੇ ਵੀ ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀ, 2 ਸਾਲ ਬਹੁਤ ਇਲਾਜ ਕਰਾਇਆ, ਡਾਕਟਰਾਂ ਕਿਹਾ ਸੀ ਘਰੇ ਰਹਿ ਜਾਓ, ਹੁਣ ਤੱਕ ਤੇ ਸੇਵਾ ਹੀ ਆ। ਕਿਸ ਤਰ੍ਹਾਂ ਦੇ ਚੀਜ਼ ਨੂੰ ਸੰਗਤ ਜੀ ਇੱਥੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਇੰਨੀ ਬਖਸ਼ਿਸ਼ ਵਰਤਦੀ ਆ, ਜੇ ਕੋਈ ਤਨੋਂ ਮਨੋਂ ਹੋ ਕੇ ਨੀਵਾਂ ਹੋ ਕੇ ਇਸ ਸਥਾਨ ਤੇ ਆਉਂਦਾ ਹੈ, ਅਰਦਾਸ ਕਰਦਾ ਹੈ, ਚਾਹੇ ਕੋਈ ਬਾਹਰ ਪੱਖੋਂ ਕੋਈ ਅਰਦਾਸ ਕਰਾਵੇ, ਪ੍ਰਦੇਸ਼ ਜਾਣ ਵਾਸਤੇ ਕਰਾਵੇ, ਚਾਹੇ ਕਿਸੇ ਦਾ ਕੋਈ ਧੀ ਪੁੱਤਰ ਨਹੀਂ, ਕੋਈ ਔਲਾਦ ਤੋਂ ਵਾਂਝਾ ਹੈ, ਚਾਹੇ ਕਿਸੇ ਦਾ ਕੋਈ ਪਰਿਵਾਰਕ ਰਿਸ਼ਤਾ ਮੇਲ ਮਿਲਾਪ ਨਹੀਂ ਹੁੰਦਾ ਹੋਵੇ, ਚਾਹੇ ਕੋਈ ਕਿਸੇ ਨੂੰ ਬਿਮਾਰੀ ਹੈ, ਕੋਈ ਰੋਗੀ ਹੈ, ਉਹ ਵੀ ਇਸ ਸਥਾਨ ਤੇ ਆਉਂਦੇ, ਅਰਦਾਸਾਂ ਕਰਾਉਂਦੇ ਤੇ ਸਰੋਵਰ ਵਿੱਚ ਇਸ਼ਨਾਨ ਕਰਦੇ। ਇਹ ਨਹੀਂ ਕਿ ਆਪਾਂ ਰੋਗੀ ਆ ਤੇ ਆਪਾਂ ਫਿਰ ਇਸ਼ਨਾਨ ਕਰੀਏ, ਜਿਹੜੇ ਤੰਦਰੁਸਤ ਵੀ ਹਨ ਉਹ ਵੀ ਗੁਰੂ ਹਰਗੋਬਿੰਦ ਮਹਾਰਾਜ ਤੇ ਦਰ ਤੇ ਅਰਦਾਸਾਂ ਕਰਾਉਂਦੇ, ਇਸ਼ਨਾਨ ਕਰਦੇ, ਨਤਮਸਤਕ ਹੁੰਦੇ, ਮੱਥਾ ਟੇਕਦੇ। ਤੇ ਸੰਗਤ ਜੀ ਜਿਨ੍ਹਾਂ ਘਰ ਪੁੱਤ ਨਹੀਂ ਆ, ਧੀਆਂ ਨਹੀਂ ਆ, ਵਾਂਝੇ ਹਨ ਬੱਚਿਆਂ ਤੋਂ, ਉਹਨਾਂ ਨੂੰ ਬੱਚਿਆਂ ਦੀ ਦਾਤਾਂ ਮਿਲਦੀਆਂ। ਜਿਨ੍ਹਾਂ ਦੇ ਪ੍ਰਦੇਸ਼ਾਂ ਦੇ ਕਾਰਜ ਅਧੂਰੇ ਉਰਾਸ ਹੋ ਜਾਂਦੇ, ਜਿਨ੍ਹਾਂ ਦੇ ਸੰਸਾਰਕ ਪੱਖੇ ਕਾਰਜ ਅਧੂਰੇ ਪਏ ਹਨ, ਉਹ ਵੀ ਗੁਰੂ ਹਰਗੋਬਿੰਦ ਮਹਾਰਾਜ ਤੇ ਦਰ ਤੇ ਆਇਆ ਕਾਰਜ ਰਾਸ ਹੁੰਦੇ ਹਨ। ਜਿਹੜੇ ਰੋਗੀ ਹਨ ਉਹਨਾਂ ਦੇ ਰੋਗ ਗੁਰੂ ਹਰਗੋਬਿੰਦ ਮਹਾਰਾਜ ਤੋਂ ਦਰ ਤੋਂ ਕੱਟੇ ਜਾਂਦੇ ਹਨ। ਤੇ ਬਾਬਾ ਜੀ ਗੱਲ ਕਰੀਏ ਵਿਧੀ ਕੀ ਹੈ ਇੱਥੋਂ ਗੁਰਦੁਆਰਾ ਸਾਹਿਬ ਦੇ ਆਉਣ ਦੀ, ਜਾਂ ਇੱਥੋਂ ਦੇ ਇਸ਼ਨਾਨ ਕਰਨ ਦੀ, ਜਾਂ ਪ੍ਰਸ਼ਾਦ ਕਰਾਉਣ ਦੀ ਕੋਈ ਵੱਖਰੀ ਵਿਧੀ ਹੁੰਦੀ? ਦਰਸ਼ਕਾਂ ਨੂੰ ਸਾਂਝੀ ਕਰਦੇ ਹੋ ਕੀ ਵਿਧੀ ਆ, ਕਿਸ ਤਰ੍ਹਾਂ ਜਿਹੜਾ ਇਹ ਸਾਰਾ ਪ੍ਰਕਿਰਿਆ ਹੁੰਦੀ ਹੈ? ਇੱਥੋਂ ਦੀ ਜੋ ਵਿਧੀ ਹੈ ਦੀ, ਜੋ ਇਸ਼ਨਾਨ ਕਰਦੀਆਂ ਜਿਹੜੀਆਂ ਸੰਗਤਾਂ ਰੋਗੀ ਹਨ, ਉਹ ਗੁਰੂ ਹਰਗੋਬਿੰਦ ਮਹਾਰਾਜ ਨੇ ਜਦੋਂ ਬਖਸ਼ਿਸ਼ ਕੀਤੀ ਕਿ ਇੱਥੇ ਸੰਗਤਾਂ ਸ਼ਨੀ ਤੇ ਐਤਵਾਰ 6 ਹਫ਼ਤੇ ਇਸ਼ਨਾਨ ਕਰਦੀਆਂ। ਜਦੋਂ ਇਸ਼ਨਾਨ ਦੀ ਆਰੰਭਤਾ ਹੋਣੀ ਹੈ, ਸਟਾਰਟ ਕਰਨੇ, ਆਰੰਭ ਕਰਨੇ ਸ਼ੁਰੂ ਕਰਨੇ ਹਨ, ਉਦੋਂ ਗੁਰੂ ਹਰਗੋਬਿੰਦ ਮਹਾਰਾਜ ਤੇ ਦਰ ਤੇ ਅਰਦਾਸ ਕਰਨੀ ਕਰੀਦੀ ਏ ਕਿ ਗੁਰੂ ਹਰਗੋਬਿੰਦ ਮਹਾਰਾਜ ਜੀ ਤੁਹਾਡੇ ਸੇਵਕ ਆਏ ਹਨ, ਸਰੋਵਰ ਵਿੱਚੋਂ ਇਸ਼ਨਾਨ ਕਰਨ ਲੱਗੇ ਹਨ, ਕਿਰਪਾ ਕਰਕੇ ਤੰਦਰੁਸਤੀ ਬਖਸ਼ਿਓ। ਇੱਕ ਅਰਦਾਸ ਇਸ਼ਨਾਨ ਆਰੰਭ ਕਰਨ ਵੇਲੇ ਕੀਤੀ ਜਾਂਦੀ ਹੈ ਜੀ। ਜਦੋਂ ਸ਼ਨੀ ਐਤਵਾਰ 6 ਹਫ਼ਤੇ ਇਸ਼ਨਾਨ ਪੂਰੇ ਹੋ ਜਾਂਦੇ ਹਨ, ਇੱਕ ਅਰਦਾਸ ਸਮਾਪਤੀ ਤੇ ਕੜਾਹ ਪ੍ਰਸ਼ਾਦੀ ਦੇਗ। ਇਹ ਸੰਗਤ ਨੂੰ ਦੱਸਣਾ ਚਾਹਾਂਗੇ, ਜਿਹੜੀਆਂ ਸੰਗਤਾਂ ਦੂਰ ਦਰਾਂਡੇ ਤੋਂ ਬੈਠੀਆਂ ਹਨ, ਉਹਨਾਂ ਦੇ ਮਨ ਦੀ ਭਾਵਨਾ ਹੁੰਦੀ ਕਿ ਅਸੀਂ ਹਫ਼ਤੇ ਪਿੱਛੋਂ ਆ ਨਹੀਂ ਸਕਦੇ। ਤਾਂ ਸੰਗਤਾਂ ਨੂੰ ਦੱਸਾਂਗੇ ਕਿ ਜਦੋਂ ਇੱਕ ਵਾਰੀ ਇਸ ਸਥਾਨ ਤੇ ਆਇਆ ਜਾਵੇ, ਅਰਦਾਸ ਕਰਕੇ ਸਰੋਵਰ ਵਿੱਚੋਂ ਇਸ਼ਨਾਨ ਕੀਤਾ ਜਾਵੇ, ਤੇ ਅਸੀਂ ਫਿਰ ਬੇਨਤੀ ਕਰਦੇ ਕਿ ਤੁਸੀਂ ਜਲ ਲੈ ਜਾਓ। ਜੇ ਤੁਸੀਂ ਦੂਰ ਹੋਉਂਦੇ ਜੇ, ਤੁਸੀਂ ਘਰੇ ਇਸ਼ਨਾਨ ਕਰ ਲਵੋ। ਜਦੋਂ ਘਰੇ ਇਸ਼ਨਾਨ ਪੂਰੇ ਹੋ ਜਾਣ ਤੇ ਉਹ ਸੰਗਤ ਜੀ ਫਿਰ ਇਸ ਸਥਾਨ ਤੇ ਆਉਂਦੇ ਤੇ ਨਤਮਸਤਕ ਹੋ ਕੇ ਆਪਣੀ ਤਿਰਫੁਲ ਭੇਟਾ, ਦਸਵੰਧ ਗੁਰੂ ਕੀਆਂ ਇਮਾਰਤਾਂ ਵਿੱਚ, ਸਤਿਗੁਰਾਂ ਦੇ ਪਾਵਨ ਸਥਾਨਾਂ ਤੇ ਸ੍ਰੀ ਅਖੰਡ ਪਾਠ ਸਾਹਿਬ ਜਾਂ ਸੁਖਮਨੀ ਸਾਹਿਬ ਦੇ ਜਾਪ ਕਰਵਾਉਂਦੇ। ਕਿਉਂਕਿ ਜਦੋਂ ਕੋਈ ਰਾਜੀ ਹੋ ਜਾਂਦਾ ਏ, ਚਾਹੇ ਕਿਸੇ ਧੀ ਪੁੱਤਰ ਬਾਹਰ ਚਲੇ ਜਾਂਦਾ ਏ, ਚਾਹੇ ਕੋਈ ਸਰਕਾਰੀ ਨੌਕਰੀ ਤੇ ਲੱਗ ਜਾਂਦਾ ਏ, ਚਾਹੇ ਕਿਸੇ ਦੇ ਘਰ ਧੀ ਜਾਂ ਪੁੱਤਰ ਜਨਮ ਲੈ ਲੈਂਦਾ ਏ, ਚਾਹੇ ਕੋਈ ਰੋਗੀ ਦਾ ਰੋਗ ਕੱਟਿਆ ਜਾਂਦਾ ਏ, ਉਹ ਫਿਰ ਖੁਸ਼ੀ ਦੇ ਨਾਲ ਗੁਰੂ ਹਰਗੋਬਿੰਦ ਮਹਾਰਾਜ ਤੇ ਦਰ ਤੇ ਸੁੱਖਾਂ ਸੁਖਦੇ ਹਨ, ਅਰਦਾਸਾਂ ਕਰਦੇ ਤੇ ਤਿਰਫੁਲ ਭੇਟਾਵਾਂ ਚੜਾਉਂਦੇ ਹਨ। ਬਹੁਤ ਧੰਨਵਾਦ ਜੀ। ਇਹ ਅਸੀਂ ਗੱਲਬਾਤ ਕੀਤੀ ਬਾਬਾ ਜਿਹੜੇ ਕਿ ਹੈੱਡ ਗ੍ਰੰਥੀ ਨੇ ਇੱਥੋਂ ਦੇ ਗੁਰਦੁਆਰਾ ਸਾਹਿਬ ਕੌਲਸਾ ਸਾਹਿਬ ਦੇ, ਬਾਬਾ ਅੰਗਰੇਜ਼ ਸਿੰਘ ਜੀ। ਤੁਸੀਂ ਦੇਖਿਆ ਵੀ ਇਹਨਾਂ ਨੇ ਆਪਣਾ
ਇੱਥੋਂ ਦੇ ਇਤਿਹਾਸ ਬਾਰੇ ਜਾਣੂ ਕਰਾਇਆ ਤੇ ਨਾਲ ਹੀ ਜਿਹੜੀਆਂ ਸੰਗਤਾਂ ਦੀਆਂ ਆਸਾਂ ਮੁਰਾਦਾਂ ਪੂਰੀਆਂ ਹੋਈਆਂ ਨੇ ਤੇ ਜਿਨ੍ਹਾਂ ਦੇ ਰੋਗ ਠੀਕ ਹੋ ਚੁੱਕੇ ਨੇ ਉਹ ਵੀ ਬਾਬਾ ਜੀ ਨੇ ਜਿਹੜਾ ਦੱਸਿਆ ਬੜੇ ਵਿਸਤਾਰ ਦੇ ਨਾਲ। ਤੇ ਹੋਰ ਵੀ ਤੁਸੀਂ ਦੇਖਿਆ ਵੀ ਸੰਗਤਾਂ ਨਾਲ ਅਸੀਂ ਗੱਲਬਾਤ ਕੀਤੀ ਜਿਹੜੇ ਕਿ ਇੱਥੇ ਅੱਜ ਇਸ਼ਨਾਨ ਕਰਾਉਣ ਆਏ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਦੇ ਨਾਲ। ਉਹਨਾਂ ਦੱਸਿਆ ਵੀ ਕਿਸ ਤਰ੍ਹਾਂ ਸਾਨੂੰ ਜਿਹੜੇ ਡਾਕਟਰਾਂ ਵੱਲੋਂ ਜਵਾਬ ਦੇ ਦਿੱਤਾ ਗਿਆ ਸੀ, ਸਾਡੀਆਂ ਭਿਆਨਕ ਬਿਮਾਰੀਆਂ ਸੀ, ਭਿਆਨਕ ਰੋਗ ਸੀ, ਪਰ ਜਦੋਂ ਦੇ ਇੱਥੇ ਆ ਕੇ ਗੁਰਦੁਆਰਾ ਸਾਹਿਬ ਦੇ ਸਰੋਵਰ 'ਚ ਇਸ਼ਨਾਨ ਕਰਨਾ ਸ਼ੁਰੂ ਕੀਤਾ ਤੇ ਉਦੋਂ ਦੀਆਂ ਸਾਰੀਆਂ ਬਿਮਾਰੀਆਂ ਜਿਹੜੀਆਂ ਠੀਕ ਹੋ ਚੁੱਕੀਆਂ ਨੇ। ਇਸ ਕਰਕੇ ਸਾਡੀ ਵੀ ਦਰਸ਼ਕਾਂ ਨੂੰ ਅਪੀਲ ਹੈ, ਜਿਹੜੇ ਸਾਡੇ ਦਰਸ਼ਕ ਨੇ ਤੁਹਾਨੂੰ ਦੇਸ਼ਾਂ ਵਿਦੇਸ਼ਾਂ ਦੇਖ ਰਹੇ ਨੇ, ਜੇਕਰ ਤੁਹਾਡੇ ਕਿਸੇ ਰਿਸ਼ਤੇਦਾਰ ਨੂੰ ਕੋਈ ਭਿਆਨਕ ਬਿਮਾਰੀ ਆ ਜਾਂ ਕੋਈ ਭਿਆਨਕ ਰੋਗ ਆ ਜਾਂ ਉਸਦੀ ਕਰਨਾ ਘਰੇ ਔਲਾਦ ਨਹੀਂ ਹੋ ਰਹੀ ਜਾਂ ਉਹਨਾਂ ਦਾ ਬੱਚਾ ਬਾਹਰ ਨਹੀਂ ਜਾ ਰਿਹਾ, ਕਿਸੇ ਤਰ੍ਹਾਂ ਦੀ ਕੋਈ ਵੀ ਮਨੋਕਾਮਨਾ ਜੇ ਨਹੀਂ ਪੂਰੀ ਹੁੰਦੀ, ਇੱਕ ਵਾਰੀ ਆ ਕੇ ਇਸ ਗੁਰਦੁਆਰਾ ਸਾਹਿਬ ਵਿੱਚ ਆ ਕੇ ਅਰਦਾਸ ਬੇਨਤੀ ਕੀਤੀ ਜਾਵੇ ਸੱਚੇ ਦਿਲੋਂ ਅਤੇ ਹਰ ਪ੍ਰਮਾਤਮਾ ਗਾੜੀ ਸਾਡੀਆਂ ਜਿਹੜੀਆਂ ਸਾਰੀਆਂ ਅਰਦਾਸ ਬੇਨਤੀਆਂ ਜਿਹੜੀਆਂ ਉਹ ਪ੍ਰਵਾਨ ਹੁੰਦੀਆਂ ਨੇ। ਅਤੇ ਇੱਥੇ ਗੁਰਦੁਆਰਾ ਸਾਹਿਬ ਵਿੱਚ ਜਿਹੜਾ ਸਰੋਵਰ ਬਣਿਆ ਉੱਥੇ ਆ ਕੇ ਇਸ਼ਨਾਨ ਕੀਤਾ ਜਾਵੇ ਤੇ ਤੁਹਾਡੇ ਜਿਹੜੇ ਭਿਆਨਕ ਜਿਹੜੇ ਕੈਂਸਰ ਵਰਗੇ ਜਿਹੜੇ ਭਿਆਨਕ ਰੋਗ ਨੇ, ਜਿਵੇਂ ਡਾਕਟਰਾਂ ਨੇ ਜਵਾਬ ਦੇ ਦਿੱਤਾ ਵਾ ਲਾਸਟ ਸਟੇਜ ਵੱਲ, ਉਹ ਵੀ ਜਿਹੜੇ ਆ ਕੇ ਇੱਥੇ ਅਰਦਾਸ ਬੇਨਤੀ ਕਰਦੇ ਨੇ, ਇਸ਼ਨਾਨ ਕਰਦੇ ਨੇ ਇਸ ਗੁਰਦੁਆਰਾ ਸਾਹਿਬ ਸਰੋਵਰ ਦੇ ਵਿੱਚ, ਤੇ ਉਹ ਵੀ ਜਿਹੜੇ ਬਿਲਕੁਲ ਠੀਕ ਹੋ ਜਾਂਦੇ ਨੇ। ਤੁਸੀਂ ਦੇਖਿਆ ਵੀ ਜਿਹੜੇ ਦਰਸ਼ਕਾਂ ਨਾਲ ਗੱਲਬਾਤ ਕੀਤੀ, ਖਾਸ ਕੇ ਜਿਹੜੇ ਇੱਥੇ ਸੰਗਤ ਅੱਜ ਆਈ ਹੈ ਐਤਵਾਰ, ਕਿਸ ਤਰ੍ਹਾਂ ਸੰਗਤ ਨੇ ਮੂੰਹੋਂ ਬੋਲਿਆ ਆਪਣੇ ਜਿਹੜੇ ਉਹਨਾਂ ਦੇ ਰੋਗ ਸੀ ਜਾਂ ਉਹਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਸੀ ਉਹਨਾਂ ਨੇ ਦੱਸੀਆਂ ਵੀ ਸਾਨੂੰ ਕਿਤੋਂ ਨਹੀਂ ਸਰਾਮ ਆ ਰਿਹਾ, ਸਾਨੂੰ ਸਭ ਪਾਸੋਂ ਨਿਰਾਸ਼ਾ ਜਿਹੜੀ ਆ ਉਹ ਸਾਹਮਣੇ ਆ ਰਹੀ ਸੀ। ਡਾਕਟਰ ਵੱਲੋਂ ਜਵਾਬ ਦਿੱਤਾ ਗਿਆ ਸੀ, ਪਰ ਗੁਰਦੁਆਰਾ ਕੌਂਸਲ ਸਾਹਿਬ ਵਿੱਚ ਆ ਕੇ ਇਸ਼ਨਾਨ ਬੇਨਤੀ ਕੀਤੀ ਆ ਅਤੇ ਇੱਥੇ ਆ ਕੇ ਮੱਥਾ ਟੇਕਿਆ, ਗੁਰੂ ਸਾਹਿਬ ਗਾੜੀ ਅਰਦਾਸ ਬੇਨਤੀ ਕੀਤੀ, ਜਿਸ ਦੇ ਨਾਲ ਜਿਹੜੀਆਂ ਸਾਰੀਆਂ ਸਾਡੀਆਂ ਮਨੋਕਾਮਨਾ ਪੂਰੀਆਂ ਹੋ ਗਈਆਂ ਨੇ। ਅਤੇ ਸਾਡੇ ਬੱਚੇ ਜਿਹੜੇ ਅੱਜ ਵਿਦੇਸ਼ਾਂ ਵਿੱਚ ਸੈਟਲ ਨੇ, ਜਿਵੇਂ ਦੱਸਿਆ ਬਾਬਾ ਜੀ ਨੇ ਵੀ 15-15 ਸਾਲ ਤੋਂ ਲੋਕਾਂ ਦੇ ਘਰੇ ਜਿਨ੍ਹਾਂ ਘਰੇ ਔਲਾਦ ਨਹੀਂ ਸੀ, ਇੱਥੇ ਆ ਕੇ ਅਰਦਾਸ ਬੇਨਤੀ ਕਰਦੇ ਨਾਲ ਔਲਾਦ ਦੀ ਪ੍ਰਾਪਤੀ ਹੋਈ ਆ ਤੇ ਹੋਰ ਜਿਹੜੇ ਭਿਆਨਕ ਰੋਗ ਨੇ ਉਹ ਜਿਹੜੇ ਠੀਕ ਹੋ ਗਏ ਨੇ। ਇਸ ਕਰਕੇ ਸਾਡੀ ਵੀ ਦਰਸ਼ਕਾਂ ਨੂੰ ਅਪੀਲ ਹੈ ਵੀ ਜੇਕਰ ਤੁਹਾਡੇ ਰਿਸ਼ਤੇਦਾਰ ਜਾਂ ਕਿਸੇ ਵੀ ਭੈਣ ਭਰਾ ਨੂੰ ਕੋਈ ਵੀ ਮੁਸ਼ਕਲ ਹੈ ਜਾਂ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਹੈ ਜਾਂ ਕਿਸੇ ਕਿਸਮ ਦਾ ਕੋਈ ਰੋਗ ਆ ਜਾਂ ਕਿਸੇ ਕਿਸਮ ਦੀ ਕੋਈ ਉਹਨਾਂ ਦੀ ਆਸ ਮੁਰਾਦ ਨਹੀਂ ਪੂਰੀ ਹੁੰਦੀ, ਇੱਕ ਵਾਰੀ ਆ ਕੇ ਇਸ ਗੁਰਦੁਆਰਾ ਸਾਹਿਬ ਵਿੱਚ ਜਿਹੜਾ ਕਿ ਕੌਂਸਲ ਗੁਰਦੁਆਰਾ ਸਾਹਿਬ ਆ, ਇੱਥੇ ਆ ਕੇ ਇਸ਼ਨਾਨ ਬੇਨਤੀ ਜਾਂ ਅਰਦਾਸ ਕੀਤੀ ਜਾਵੇ, ਸੱਚੇ ਮਨੋਂ ਉਹ ਅਰਦਾਸਾਂ ਜਿਹੜੀਆਂ ਪੂਰੀਆਂ ਹੋਣਗੀਆਂ। ਤੇ ਬਾਬਾ ਜੀ ਤੁਸੀਂ ਆਪਣਾ ਇੱਥੋਂ ਦਾ ਐਡਰੈਸ ਜ਼ਰੂਰ ਦੱਸ ਦਿਓ, ਕਿਉਂਕਿ ਸੰਗਤਾਂ ਜਿਹੜੀਆਂ ਨੇ ਉਹਨਾਂ ਨੂੰ ਮੁਸ਼ਕਲ ਬੜੀ ਆਉਂਦੀ ਹੈ ਐਡਰੈਸ ਦੀ ਪਤਾ ਲੱਭਣ ਵਾਸਤੇ। ਤੇ ਆਪਣਾ ਤੁਸੀਂ ਮੋਬਾਈਲ ਨੰਬਰ ਜ਼ਰੂਰ ਦੱਸ ਦਿਓ ਵੀ ਜੇਕਰ ਕਿਸੇ ਨੇ ਤੁਹਾਡੇ ਨਾਲ ਰਾਬਤਾ ਕਰਨਾ ਹੋਵੇ ਜਾਂ ਕਿਸੇ ਨੇ ਇੱਥੇ ਸੰਗਤਾਂ ਨੇ ਆਉਣਾ ਹੋਵੇ, ਜ਼ਰੂਰ ਦੱਸ ਦਿਓ। ਸੰਗਤ ਨੂੰ ਦੱਸਣਾ ਚਾਹਾਂਗੇ ਜੀ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ 2 ਗੁਰਦੁਆਰੇ ਕੌਲਸਰ ਸੁਸ਼ੋਭਿਤ ਹਨ। ਇੱਕ ਕੌਲਸਰ ਜਿੱਥੇ ਆਪ ਜੀ ਦਰਸ਼ਨ ਕਰ ਰਹੇ ਹੋ, ਦੂਸਰਾ ਗੁਰਦੁਆਰਾ ਕੌਲਸਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬੈਕ ਸਾਈਡ ਬਾਬਾ ਅਟਾਗਰਾ ਸਾਹਿਬ ਦੇ ਸਾਹਮਣੇ ਜੀ। ਇਹ ਜਿਸ ਸਥਾਨ ਦੀ ਤੁਸੀਂ ਵੀਡੀਓ ਵੇਖ ਰਹੇ ਹੋ, ਵਡਿਆਈ ਸੁਣ ਰਹੇ ਹੋ, ਇਹ ਸਥਾਨ ਰਾਮ ਤੀਰਥ ਰੋਡ, ਕਾਲਿਆਂ ਵਾਲਾ ਮੋੜ, ਗੁਰਦੁਆਰਾ ਕੌਲਸਰ ਸਾਹਿਬ ਜੀ ਹੈ। ਇਹਦੇ ਨਜ਼ਦੀਕ ਬ੍ਰਹਮ ਗਿਆਨੀ ਮਹਾਂਪੁਰਸ਼ ਸੰਤ ਬਾਬਾ ਦਰਸ਼ਨ ਸਿੰਘ ਕੁੱਲੀ ਵਾਲੇ ਦਾ ਡੇਰਾ ਹੈ। ਜਿਹੜੀਆਂ ਸੰਗਤਾਂ ਆਉਂਦੀਆਂ ਹਨ ਉਹਨਾਂ ਨੂੰ ਬੇਨਤੀ ਕਰਾਂਗੇ, ਰਾਮ ਤੀਰਥ ਰੋਡ, ਕਾਲਿਆਂ ਵਾਲਾ ਮੋੜ, ਗੁਰਦੁਆਰਾ ਕੌਲਸਰ ਸਾਹਿਬ ਨਜ਼ਦੀਕ ਬ੍ਰਹਮ ਗਿਆਨੀ ਮਹਾਂਪੁਰਸ਼ ਸੰਤ ਬਾਬਾ ਦਰਸ਼ਨ ਸਿੰਘ ਕੁੱਲੀ ਵਾਲਾ ਡੇਰਾ ਹੈ। ਤੇ ਜਿਹੜਾ ਦਾਸ ਦਾ ਨੰਬਰ ਹੈ ਜੀ, ਉਹ ਨੰਬਰ ਹੈ 99687 99903। ਫਿਰ ਦੁਬਾਰਾ ਦੱਸਾਂਗੇ 99687 99903। ਬਹੁਤ ਧੰਨਵਾਦ ਜੀ। ਇਹ ਸੀ ਗੱਲਬਾਤ ਕੀਤੀ ਬਾਬਾ ਜਿਹੜੇ ਕਿ ਹੈੱਡ ਗ੍ਰੰਥੀ ਇੱਥੋਂ ਦੇ ਬਾਬਾ ਅੰਗਰੇਜ਼ ਸਿੰਘ ਜੀ। ਅੱਜ ਇਹਨਾਂ ਨੇ ਪੂਰਾ ਇੱਥੋਂ ਦਾ ਇਤਿਹਾਸ ਬਾਰੇ ਜਾਣੂ ਕਰਾਇਆ ਤੇ ਸੰਗਤਾਂ ਜਿਹੜੀਆਂ ਨੇ ਇੱਥੇ ਨਤਮਸਤਕ ਹੋਣੀਆਂ ਨੇ, ਜਿਨ੍ਹਾਂ ਨੂੰ ਫਾਇਦਾ ਹੋਇਆ ਵਾ ਉਸ ਬਾਰੇ ਵੀ ਜਿਹੜਾ ਜਾਣੂ ਕਰਾਇਆ। ਇਸ ਕਰਕੇ ਸਾਡੀ ਵੀ ਦਰਸ਼ਕਾਂ ਨੂੰ ਅਪੀਲ ਹੈ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਕਿ ਉਸ ਸੰਗਤਾਂ ਹੱਥ ਲੱਗ ਜੇ, ਉਸ ਸੱਜਣ ਹੱਥ ਲੱਗ ਜੇ, ਕਿਸੇ ਨੂੰ ਕੋਈ ਮੁਸ਼ਕਲ ਹੋਵੇ, ਕਿਸੇ ਨੂੰ ਕੋਈ ਦੁੱਖ ਹੋਵੇ, ਜਿਹੜਾ ਉਸ ਦਾ ਦੁੱਖ ਜਿਹੜਾ ਉਹ ਦੂਰ ਹੋ ਸਕੇ। ਮੈਨੂੰ ਦਿਓ ਇਜਾਜ਼ਤ, ਮੈਂ ਤੁਹਾਡਾ ਆਪਣਾ ਹਰਜੀਤ ਗਰੇਵਾਲ, ਨੈਕਸਟ ਪੰਜਾਬ TV ਲਈ ਅੰਮ੍ਰਿਤਸਰ।